2015 ਦੇ ਵਿੱਚ ਹੋਏ ਬਰਗਾੜੀ ਬੇਅਦਬੀ ਮਾਮਲੇ ਦੇ ਵਿੱਚ ਹੁਣ ਡੇਰਾ ਸੱਚਾ ਸੌਦਾ ਦੀ ਜਿਹੜੀ ਸਟੇਟ ਪੰਜਾਬ ਕਮੇਟੀ ਉਹਨਾਂ ਨੇ ਪੂਰੀ ਜਾਂਚ ਤੇ ਸਵਾਲ ਸ਼ੁਰੂ ਕਰਤੇ हैं। सीधे तौर पे कह रहे हैं कि फैब्रिकेटेड जांच है। क्यों फैब्रिकेटेड है, किस ढंग नाल जांच ते सवाल खड़े कर रहे हैं। साडे नाल इन्हां दी कमेटी दे मैंबर और वकील साहबान जिहड़े ने साडे नाल ही मौजूद ने, गलबात करदे हां। सर, तुसीं जांच ते सवाल चुकते सीधे तौर ते 2015 ਦਾ ਮਾਮਲਾ ਪਹਿਲਾਂ CBI ਨੇ ਜਾਂਚ ਕੀਤੀ, ਹੁਣ SIT ਨੇ ਜਿਹੜੀ ਜਾਂਚ ਕੀਤੀ ਔਰ ਉਹਦੇ ਵਿੱਚ 7 ਨਾਂ ਜਿਹੜੇ ਨੇ 7 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ, ਡੇਰਾ ਮੁਖੀ ਨੂੰ ਖੁਦ ਨਾਮਜ਼ਦ ਕੀਤਾ ਗਿਆ। ਕਿਉਂ ਤੁਸੀਂ ਸਵਾਲ ਚੁੱਕ ਰਹੇ ਹੋ, ਕੀ ਰੀਜ਼ਨ ਹੈ ਇਸ ਦਾ? ਸਵਾਲ ਜਾਂਚ ਦੇ ਜਿਹੜੇ ਤਰੀਕੇ ਹੈ ਔਰ ਜਾਂਚ ਆਲਰੇਡੀ ਚੱਲ ਰਹੀ ਹੈ CBI ਕੋਲ। ਹਾਲੇ ਫਾਈਲ CBI ਦੇ ਕੋਲ ਹੈ, ਪੰਜਾਬ ਪੁਲਿਸ ਕੋਲ ਫਾਈਲ ਕਿਸੇ ਵੀ ਅਦਾਲਤ ਨੇ ਫਾਈਲ ਨਹੀਂ ਦਿੱਤੀ। ਔਰ ਜਿਹੜੀ ਇਹ ਕਹਿੰਦੇ ਜੀ ਡੀਨੋਟੀਫਾਈ ਕਰਕੇ ਨੋਟੀਫਿਕੇਸ਼ਨ ਕਰਕੇ ਅਸੀਂ ਵਾਪਸ ਲੈ ਲਿਆ। ਸੁਪਰੀਮ ਕੋਰਟ ਦੇ ਵਿੱਚ CBI ਨੇ ਰਿਵਿਊ ਪਟੀਸ਼ਨ ਪਾਈ ਹੋਈ ਹੈ, ਹਾਲੇ ਉਹਦਾ ਫੈਸਲਾ ਹੋਣਾ ਬਾਕੀ ਹੈ। ਫਾਈਲ ਤਾਂ ਇੱਕੋ ਹੀ ਹੈ, ਮੁਕੱਦਮਾ ਵੀ ਇੱਕੋ ਹੈ, ਦੋ ਅਦਾਲਤਾਂ ਦੇ ਵਿੱਚ ਤਾਂ ਨਹੀਂ ਚੱਲ ਸਕੇਗਾ ਨਾ। ਅਸੀਂ ਤਾਂ ਇਹੀ ਹੈ ਜਿਹੜੇ ਜਾਂਚ ਦੇ ਸਵਾਲ ਚੱਕੇ ਉਹ ਤੁਹਾਨੂੰ ਦੱਸ ਦਿੱਤੇ ਵੀ ਆਹ ਤੱਥ ਜਿਹੜੇ ਮੇਨ ਹੈ। ਇਹਨਾਂ ਨੇ ਇਸ ਗੱਲ 'ਤੇ ਜਾਂਚ ਕੀਤੀ, ਇਹਨਾਂ ਨੇ ਨਹੀਂ ਕੀਤੀ। ਆਲਟੋ ਕਾਰ ਕਿਹਦੀ ਹੈ ਔਰ ਕਿਦੋਂ ਖਰੀਦੀ, ਇਹਨਾਂ ਨੇ ਸੰਨੀ ਦਾ ਪੋਸਟਰ ਦੇ ਫਿੰਗਰਪ੍ਰਿੰਟ ਲਏ, ਇਹ ਸਾਰੀਆਂ ਗੱਲਾਂ ਤੁਹਾਨੂੰ ਉੱਥੇ ਦੱਸ ਚੁੱਕੇ ਹਾਂ। ਇਹ ਜਾਂਚ ਦੇ ਜਿਹੜੇ ਮੇਨ ਇਹ ਗੱਲਾਂ ਹੈ, ਇਹ ਦੇਖਣ ਤੋਂ ਪਤਾ ਚੱਲਦਾ ਵੀ ਇਹ ਬਿਲਕੁਲ ਝੂਠੇ ਬੇਬੁਨਿਆਦ। ਲੇਕਿਨ ਸਰਕਾਰ ਜਦੋਂ ਵੀ ਇਸ ਮਾਮਲੇ ਦੀ ਜਾਂਚ ਹੁੰਦੀ ਹੈ, ਪਹਿਲਾਂ ਵੀ ਜਦੋਂ ਮਾਮਲੇ ਦੀ ਜਾਂਚ ਹੋਈ 20 ਲੋਕ ਜਿਹੜੇ ਨੇ ਉਹ ਕਹੇ ਗਏ ਡੇਰੇ ਨਾਲ ਸੰਪਰਕ ਦੇ ਵਿੱਚ ਹੈ। ਮਹਿੰਦਰਪਾਲ ਬਿੱਟੂ ਨੂੰ ਗ੍ਰਿਫਤਾਰ ਕੀਤਾ ਗਿਆ, ਜੇਲ੍ਹ ਦੇ ਵਿੱਚ ਹੱਤਿਆ ਹੋ ਜਾਂਦੀ ਹੈ। 20 ਹੋਰ ਲੋਕ ਸੀ। ਉਸ ਤੋਂ ਇਲਾਵਾ ਹੁਣ 7 ਲੋਕ ਹੋਰ, ਡੇਰਾ ਮੁਖੀ ਨੂੰ ਵੀ ਇਸ ਦੇ ਵਿੱਚ ਨਾਮਜ਼ਦ ਕੀਤਾ ਗਿਆ। ਲਗਾਤਾਰ ਇਸ ਸਾਰੇ ਮਾਮਲੇ ਦੀ ਸੂਈ ਡੇਰੇ ਦੀ ਤਰਫ ਕਿਉਂ ਜਾ ਰਹੀ ਹੈ? ਇਹ ਰਾਜਨੀਤਿਕ ਗੱਲ ਹੈ, ਇਹ ਕਾਨੂੰਨੀ ਜਿਹੜੀ ਗੱਲ ਹੈ। ਦੇਖੋ, ਬਿੱਟੂ ਨੂੰ ਬਿਆਨ ਨੂੰ ਤੁਸੀਂ ਸਾਰੇ ਲੈ ਰਹੇ ਹੈ, ਪੰਜਾਬ ਪੁਲਿਸ ਵੀ ਬਿੱਟੂ ਦਾ ਇਕਬਾਲੀਆ ਬਿਆਨ ਲੈ ਰਹੀ ਹੈ। ਇਕਬਾਲੀਆ ਬਿਆਨ ਕਿਸ ਹਾਲਾਤ ਦੇ ਵਿੱਚ, ਕਿਸ ਡਰ ਦੇ ਤਹਿਤ ਆ ਕੇ ਕਿਸੇ ਨੇ ਬਿੱਟੂ ਨੂੰ ਪੁੱਛਿਆ? ਉਹ ਤਾਂ ਅਗਰ ਇੱਜ਼ਤ ਨੂੰ ਸਵਾਲ ਹੁੰਦਾ, ਕਿਸੇ ਦੀ ਧੀ ਭੈਣ ਦੀ ਇੱਜ਼ਤ ਦੀ ਉਹਨੂੰ ਇੱਕ ਡਰਾਵਾ ਦਿੱਤਾ ਜਾਂਦਾ ਹੈ, ਤਾਂ ਚਾਹੇ ਤੁਸੀਂ ਹੋ ਚਾਹੇ ਮੈਂ ਹੋਵਾਂ, ਤਾਂ ਕੋਈ ਵੀ ਏਜੰਸੀ ਹੋਵੇ ਇਹ ਹੀ ਕਹੇਗਾ ਵੀ ਜੋ ਮਰਜ਼ੀ ਲਿਖਾ ਲਓ, ਮੇਰੀ ਧੀ ਭੈਣ ਦੀ ਇੱਜ਼ਤ ਨੂੰ ਕੁਝ ਨਹੀਂ ਹੋਣਾ ਚਾਹੀਦਾ। ਤੁਹਾਡਾ ਕਹਿਣ ਦਾ ਮਤਲਬ ਹੈ ਬਿੱਟੂ ਨੂੰ ਡਰਾ ਧਮਕਾ ਕੇ ਉਸ ਤੋਂ ਬਿਆਨ ਲਿੱਤੇ? ਬਿਲਕੁਲ 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 ਬਿਲਕੁਲ। ਉਸ ਤੋਂ ਬਾਅਦ ਜੇਲ੍ਹ 'ਚ ਉਹਦਾ ਕਤਲ ਵੀ ਹੋ ਗਿਆ। ਜਦੋਂ ਵਿਚਾਰਾ ਉਹਦੀ ਜਾਨ ਚਲੀ ਗਈ, 10 ਦਿਨਾਂ ਬਾਅਦ ਕਲੋਜ਼ਰ ਰਿਪੋਰਟ ਆ ਗਈ ਵੀ ਇਨੋਸੈਂਟ ਹੈ। अगर कर सवाल तो यही है, 2 कमीशन जांच कर रहे हैं मामले की, 2 कमीशन बनाए गए, ठीक है, दोनों कमीशनों की जांच हुई, SIT हुण जांच कर रही है। तो जदों भी कहा जाता है कि डेरे के अगेंस्ट कदे जांच जाती है तो फिर डेरे की कमेटी खड़ी हो जाती है। जांच के बिटवीन तुसी क्या हाई कोर्ट गए या तुसी होर कोर्टां दा रुख कीता कि हाँ तुहाडे खिलाफ फैब्रिकेटेड जांच हो रही है, जिस तरह तुसी कह? ये गल किधरे नहीं कही भी जांच नूं, असीं जांच नूं हर थां सहयोग देण नूं तैयार हाँ। ਜਿਹੜੀ ਉਹ 1200 ਪੇਜ ਦੀ ਰਿਪੋਰਟ ਆਈ ਹੈ CBI ਦੀ, ਉਹ ਜਾਂਚ ਕੀਤੀ ਹੈ, ਬਿਆਨ ਲਿਖੇ ਗਏ, ਟੈਸਟ ਹੋਏ ਹੈ, ਸਾਰਾ ਕੁਝ ਹੋਇਆ ਫਿਰ ਹੀ ਆਇਆ। ਜਾਂਚ ਨੂੰ ਸੰਯੋਗ ਤੋਂ ਕੋਈ ਨਾ ਨਹੀਂ ਕਰ ਰਿਹਾ, ਪਰ ਜਾਂਚ ਦੇ ਜਿਹੜੇ ਤਰੀਕੇ ਵਰਤ ਰਹੇ ਹੈ, ਕਿਸ ਤਰ੍ਹਾਂ ਦੇ ਤਰੀਕੇ ਤੇ ਸਵਾਲ ਚੁੱਕ ਤਰੀਕੇ ਹੀ ਦੱਸ ਰਿਹਾ। ਹੁਣ ਮਾਨਯੋਗ ਅਦਾਲਤ CBI ਦੇ ਵਿੱਚ ਤਾਂ ਪੈਂਡਿੰਗ ਪਿਆ ਮਾਮਲਾ, ਔਰ ਉਧਰੋਂ ਪੰਜਾਬ ਪੁਲਿਸ ਚਲਾਨ ਦੇ ਰਹੀ ਹੈ। ਇਹ ਦੇਖੋ ਤਰੀਕਾ ਤੁਹਾਡੇ ਸਾਹਮਣੇ ਹੀ ਹੈ। ਔਰ 2 ਦਿਨਾਂ ਦੇ ਵਿੱਚ ਸਰਕਾਰ ਕਹਿੰਦੀ ਆਪਾਂ ਵਿਧਾਨ ਸਭਾ ਦੇ ਵਿੱਚ ਇੱਕ ਪ੍ਰਸਤਾਵ ਪਾਸ ਕਰਤਾ ਜਿਹਦੇ ਵਿੱਚ ਜਾਂਚ CBI ਤੋਂ ਹੀ ਵਾਪਸ ਲੈ। ਵੀਰ ਜੀ, ਉਸੇ ਗੱਲ ਨੂੰ ਕਹਿ ਰਿਹਾ, ਉਹਦਾ ਮਾਮਲਾ ਹਾਲੇ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਹੈ। ਕੀ ਚਲੋ ਤੁਹਾਡੀ ਗੱਲ ਮੰਨ ਲਈ ਕਿ ਉਹਨਾਂ ਨੇ ਉਹ ਫਾਈਲ ਵਾਪਸ CBI ਅਦਾਲਤ ਤੋਂ ਪੰਜਾਬ ਦੀ ਕਿਸੇ ਅਦਾਲਤ ਨੂੰ ਭੇਜਤੀ। ਸੈਂਟਰ ਦੀ ਨੋਟੀਫਿਕੇਸ਼ਨ ਆਉਣੀ ਜ਼ਰੂਰੀ ਹੁੰਦੀ ਹੈ। ਜਦੋਂ ਨੋਟੀਫਿਕੇਸ਼ਨ ਡੀਨੋਟੀਫਾਈ ਕਰਦੇ ਹੈ ਤਾਂ 2, ਇੱਕ ਸਟੇਟ ਔਰ ਇੱਕ ਸੈਂਟਰ। ਜਿੱਥੋਂ ਤੱਕ ਸਾਨੂੰ ਪਤਾ ਹੈ ਉਹ ਸਟੇਟ ਦੀ ਗਵਰਨਮੈਂਟ ਦੀ ਡੀਨੋਟੀਫਾਈ ਦਾ ਆ ਗਿਆ, ਸੈਂਟਰ ਨੇ ਕੋਈ ਡੀਨੋਟੀਫਾਈ ਨਹੀਂ ਕੀਤਾ ਹਾਲੇ ਤੱਕ। ਕਿ ਜਿਹੜੀ ਫਾਈਲ ਮਾਨਯੋਗ ਅਦਾਲਤ CBI ਦੇ ਵਿੱਚ ਚੱਲਦੀ ਪਈ ਹੈ, ਉਹ ਕਿਸੇ ਪੰਜਾਬ ਦੀ ਅਦਾਲਤ ਵਿੱਚ ਫਾਈਲ ਭੇਜਤੀ, ਇਹ ਫਾਈਲ ਉੱਥੇ ਜਾਏਗੀ ਤਾਂ ਫਿਰ ਹੀ ਕੇਸ ਚੱਲੇਗਾ ਨਾ। ਕਮਿਸ਼ਨ ਨੇ ਜਿਹੜੀ ਜਾਂਚ ਕੀਤੀ, 2 ਕਮਿਸ਼ਨਾਂ ਨੇ ਜਿਹੜੀ ਜਾਂਚ ਕੀਤੀ, ਕਿਆ ਸਹੀ ਜਾਂਚ ਸੀ ਉਹ? ਕਿਹੜੀ ਕਮਿਸ਼ਨ ਦੀ ਗੱਲ ਕਰ ਰਹੇ ਹੋ? ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਗੱਲ ਕਰੀਏ, ਦੂਜੇ ਕਮਿਸ਼ਨ ਨੇ ਜਿਹੜੀ, ਕਿਆ ਉਹ ਜਾਂਚ ਸਹੀ ਸੀ? ਉਹ ਤਾਂ ਜਿਹੜੀਆਂ ਹੈ ਜਿਹੜੀ ਕਮਿਸ਼ਨ ਦੀ ਰਿਪੋਰਟ ਹੁੰਦੀ ਹੈ ਉਹ ਸਰਕਾਰ ਲਈ ਜਿਹੜੀਆਂ ਸੁਜੈਸ਼ਨ ਹੁੰਦੀਆਂ, ਸਿਰਫ ਉਹ ਤਾਂ ਉਹਨਾਂ ਦੀ ਸੁਜੈਸ਼ਨ ਸੀ। ਜਿਵੇਂ ਇਹਨਾਂ ਨੇ SIT ਨੇ ਕਹਾਣੀ ਬਣਾਈ ਸੀ, ਉਹ ਜਸਟਿਸ ਰਣਜੀਤ ਸਿੰਘ ਨੂੰ ਦੇਤੀ, ਉਹੀ ਉਹਨਾਂ ਨੇ ਰਿਕਮੈਂਡ ਕਰਤਾ। ਉਦੋਂ ਬਾਅਦ ਪਰ ਜਾਂਚ ਤਾਂ ਪੁਲਿਸ ਨਹੀਂ ਕਰਨੀ ਹੈ ਨਾ, ਕੋਰਟਾਂ ਨੇ ਫੈਸਲਾ ਕਰਨਾ। ਉਹ ਤਾਂ ਸਰਕਾਰ ਆਪਦੇ ਢੰਗ ਨਾਲ, ਕਮਿਸ਼ਨ ਤਾਂ ਕਈ ਬਣ ਚੁੱਕੇ ਆ ਪਹਿਲਾਂ, ਉਹ ਆਪਦੇ ਹਿਸਾਬ ਨਾਲ ਜਿਹੜੀਆਂ ਰਿਪੋਰਟਾਂ ਆਉਂਦੀਆਂ ਰਹਿੰਦੀਆਂ ਸਰਕਾਰ ਦੇ ਹਿਸਾਬ ਨਾਲ। ਤੁਹਾਨੂੰ ਲੱਗਦਾ ਕਿ ਪੋਲੀਟੀਕਲ ਮਾਮਲਾ ਬਣਾਇਆ ਗਿਆ ਇਸ ਨੂੰ? ਤੁਹਾਡੇ ਸਾਹਮਣੇ ਹੈ, ਤੁਹਾਡੇ ਸਾਹਮਣੇ ਹੈ। ਕੀ ਰੀਜ਼ਨ ਰਿਹਾ ਇਸ? ਇਹਦਾ ਰੀਜ਼ਨ ਤੁਸੀਂ ਕੱਢੋ ਨਾ। ਦੋਨੋਂ ਸਰਕਾਰਾਂ ਨੇ, ਕਿਉਂਕਿ ਆਪਾਂ ਸ਼੍ਰੋਮਣੀ ਅਕਾਲੀ ਦਲ BJP ਦੀ ਗੱਲ ਕਰੀਏ, ਉਹਨਾਂ ਨੇ ਵੀ ਪਰਚਾ ਦਰਜ ਕੀਤਾ। ਕਾਂਗਰਸ ਜਦੋਂ ਸੱਤਾ ਦੇ ਵਿੱਚ ਆਈ ਉਹਨਾਂ ਨੇ ਵੀ ਪਰਚਾ ਦਰਜ। ਲੀਗਲ ਗੱਲ ਕਰਦੇ ਆ, ਇਹ ਤੁਸੀਂ ਕੱਢੋ ਵੀ ਇਹਦੇ ਪਿੱਛੇ ਕਿਹੜੀ ਤਾਕਤ ਕੰਮ ਕਰ ਰਹੀ ਹੈ। ਇਹ ਤੁਸੀਂ ਸਮਾਜ ਦੇ ਸਾਹਮਣੇ ਤੁਸੀਂ ਕੱਢੋ।
ਡੇਰੇ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ? ਹੋਰ ਵੀ ਕਈ ਡੇਰੇ ਨੇ ਔਰ ਵੱਡੇ ਡੇਰੇ ਨੇ ਕਈ ਪੰਜਾਬ ਦੇ ਵਿੱਚ। ਜਿਵੇਂ ਹਰਚਰਨ ਸਿੰਘ ਜੀ ਨੇ ਦੱਸਿਆ ਵੀ ਡੇਰਾ ਮਾਨਵਤਾ ਭਲਾਈ ਦੇ ਇੰਨੇ ਕੁ ਕੰਮ ਕਰਦਾ ਹੈ। ਦੇਖੋ ਹੁਣ ਇੰਨੀ ਮਹਾਮਾਰੀ ਫੈਲੀ ਹੋਈ ਹੈ, ਤੁਸੀਂ ਰਿਕਾਰਡ ਕਢਾ ਕੇ ਦੇਖੋ ਔਨ ਰਿਕਾਰਡ ਜੋ ਹਰਚਰਨ ਸਿੰਘ ਜੀ ਨੇ ਦੱਸਿਆ। ਅਸੀਂ ਤਾਂ ਵਕੀਲ ਆ, ਇੱਕ ਦੱਸਿਆ ਵੀ ਜਿੰਨਾ ਬਲੱਡ ਡੋਨੇਸ਼ਨ ਇਸ ਸਮੇਂ ਡੇਰਾ ਸੱਚਾ ਸੌਦਾ ਨੇ ਕੀਤਾ, ਕੀ ਹੋਰ ਕਿਸੇ ਨੇ ਕੀਤਾ? ਰਿਕਾਰਡ ਕਢਾ ਕੇ ਦੇਖੋ। ਮਾਨਵਤਾ ਭਲਾਈ ਵੱਲ ਇੰਨਾ ਵੱਧ ਰਿਹਾ ਹੈ, ਨਸ਼ੇ ਛੁਡਾ ਰਹੇ ਹੈ, ਸਾਰੇ ਸਾਹਮਣੇ ਹੈ। ਮਾਇਨੇ ਚ ਇਹ ਕਹੀਏ ਕਿ ਡੇਰਾ ਜਿਸ ਤਰ੍ਹਾਂ ਨਾਲ ਜਦੋਂ ਵੀ ਚੋਣ ਆਉਂਦੇ ਆ ਪਾਰਟੀਆਂ ਨੂੰ ਜਦੋਂ ਖੜੇ ਹਰਚਰਨ ਸਿੰਘ ਜੀ ਉਹਨਾਂ ਨਾਲ ਗੱਲ ਕਰ ਸਕਦੇ ਹਾਂ। ਜਦੋਂ ਅਗਲੀ ਸੁਣਵਾਈ ਹੋਣੀ ਹੈ, ਕਿਆ ਉਸ ਦੇ ਵਿੱਚ ਤੁਸੀਂ ਆਪਣਾ ਪੱਖ ਰੱਖੋਗੇ? ਬਿਲਕੁਲ, ਹਰ ਤਰੀਕ ਤੇ ਰੱਖਦੇ ਆ ਰਹੇ ਹਾਂ, ਹਰ ਤਰੀਕ ਤੇ ਰੱਖਾਂਗੇ ਜੀ। ਜਿੰਨੀ ਕਾਨੂੰਨੀ ਅਸੀਂ ਰੈਮਡੀ ਅਵੇਲ ਕਰ ਸਕਦੇ ਹਾਂ, ਪਹਿਲਾਂ ਵੀ ਕਰ ਰਹੇ ਸੀ, ਹੁਣ ਵੀ ਕਰਾਂਗੇ। ਬਿਲਕੁਲ ਦੇਖੋ ਸਿੱਧੇ ਤੌਰ ਤੇ ਜੇਕਰ ਆਪਾਂ ਡੇਰੇ ਦੀ ਸਟੇਟ ਕਮੇਟੀ ਦੀ ਗੱਲ ਕਰੀਏ ਤੇ ਹੁਣ ਜਾਂਚ ਤੇ ਸਵਾਲ ਚੁੱਕਦੇ हैं ਕਿ 5 ਸਾਲ ਦੇ ਵਿੱਚ ਜਿਸ ਮਾਮਲੇ ਦੀ ਜਾਂਚ ਜਿਹੜੀ ਹੈ ਢਿੱਲ-ਮੁੱਠ ਤਰੀਕੇ ਨਾਲ ਹੋ ਰਹੀ ਸੀ, ਹੁਣ ਅਚਾਨਕ ਹੀ ਉਸ ਦੀ ਜਾਂਚ ਜਿਹੜੀ ਹੈ ਘੰਟਿਆਂ ਦੇ ਵਿੱਚ ਕਿਸ ਤਰ੍ਹਾਂ ਤਬਦੀਲ ਹੋ ਗਈ, ਕਿਸ ਤਰ੍ਹਾਂ ਛੇਤੀ ਤੋਂ ਛੇਤੀ ਇਸ ਮਾਮਲੇ ਦੇ ਵਿੱਚ ਜਿਹੜਾ ਚਲਾਨ ਹੈ ਉਹ ਵੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਇਸ ਤੇ ਸਿੱਧੇ ਤੌਰ ਤੇ ਸਵਾਲ ਚੱਕ ਰਹੇ ਹਾਂ। ਹਾਲਾਂਕਿ ਵੇਖਣ ਵਾਲੀ ਗੱਲ ਰਹੇਗੀ ਕਿ ਪੰਜਾਬ ਪੁਲਿਸ ਜਿਹੜੀ ਹੈ ਇਹਨਾਂ ਦੇ ਇਨ ਸਵਾਲਾਂ ਦਾ ਕਿਸ ਲਹਿਜੇ ਨਾਲ ਜਵਾਬ ਦਿੰਦੀ ਹੈ। ਕੈਮਰਾਮੈਨ ਦਵਿੰਦਰ ਸਿੰਘ ਦੇ ਨਾਲ ਵਿਨੀਤ ਕਪੂਰ, ANV ਨਿਊਜ਼ ਚੰਡੀਗੜ੍ਹ। ਬਰਗਾੜੀ ਤੇ ਜਿਸ ਤਰ੍ਹਾਂ ਨਾਲ SIT ਇਸ ਮਾਮਲੇ ਦੀ ਜਾਂਚ ਕਰ ਰਹੀ ਹੈ, ਹੁਣ ਜਾਂਚ ਤੇ ਤੁਸੀਂ ਸਵਾਲ ਚੁੱਕਦੇ, ਸਟੇਟ ਕਮੇਟੀ ਦੇ ਮੈਂਬਰ ਹੋ, ਕਹਿ ਰਹੇ ਹੋ ਕਿ ਜਾਂਚ ਜਿਹੜੀ ਹੈ ਸਹੀ ਢੰਗ ਨਾਲ ਨਹੀਂ ਹੋ ਰਹੀ। ਦੇਖੋ ਜਾਂਚ ਇਹ ਮੇਰੇ ਕੋਲੇ ਕੋਈ ਅਧਿਕਾਰ ਨਹੀਂ ਹੈ ਮੈਂ ਕਹਾਂ ਵੀ ਜਾਂਚ ਸਹੀ ਨਹੀਂ ਹੋ ਰਹੀ ਜਾਂ ਗਲਤ ਨਹੀਂ ਹੋ ਰਹੀ। ਅਸੀਂ ਜੋ ਗੱਲ ਕਹਿਣ ਆਏ ਉਹ ਇਹ ਕਹਿਣ ਆਏ ਵੀ ਸਾਡੇ ਨਾਲ ਜ਼ਿਆਦਤੀ ਹੋ ਰਹੀ ਹੈ। ਕਿਸ ਤਰ੍ਹਾਂ ਦੀ ਜ਼ਿਆਦਤੀ? ਸਾਨੂੰ ਬਿਨਾਂ ਜਿਹੜਾ ਹੈਗਾ ਕਿਸੇ ਅਪਰਾਧ ਕਰਨ ਦੇ ਆਰੋਪੀ ਬਣਾਇਆ ਜਾ ਰਿਹਾ ਹੈ, ਇਹ ਗੱਲ ਅਸੀਂ ਕਹਿਣ ਆਏ ਹਾਂ। ਉਹ ਤੱਥਾਂ ਦੇ ਆਧਾਰ ਤੇ ਗੱਲ ਹੈ ਜਿਹੜੀ ਉਹ ਰੱਖੀ ਹੈ। ਇੱਕ ਪਾਸੇ CBI ਦੀ ਜਿਹੜੀ ਹੈਗੀ ਹੈ ਰਿਪੋਰਟ ਹੈ, ਉਹਨਾਂ ਦੀ ਇਨਵੈਸਟੀਗੇਸ਼ਨ ਦੇ ਵਿੱਚ ਜੋ ਜੋ ਤੱਥ ਆਏ ਔਰ ਜੋ ਜਿਹੜੀ ਕਿ ਪੰਜਾਬ ਦੀ ਸਿੱਟ ਹੈ ਉਹਦੇ ਜੋ ਜਾਂਚ ਦੇ ਵਿੱਚ ਕੁਝ ਪੁਆਇੰਟ ਸੀਗੇ, ਉਹ ਪੁਆਇੰਟ ਜਿਹੜੇ ਸਾਂਝੇ ਕੀਤੇ ਤੇ ਉਹ ਪੁਆਇੰਟ ਇਹ ਇਸ਼ਾਰਾ ਕਰਦੇ ਨੇ ਜਿਹੜਾ ਸਾਡੇ ਨਾਲ ਜਾਤੀ ਹੋ ਰਿਹਾ। ਇਸ਼ਾਰਾ ਸਰਕਾਰ ਪਹਿਲਾਂ ਜਦੋਂ ਜੋ ਮਾਮਲੇ ਦੀ ਜਾਂਚ ਹੁੰਦੀ ਹੈ 20 ਲੋਕ ਜਿਹੜੇ ਨੇ ਉਹ ਸਿੱਧੇ ਤੌਰ ਤੇ ਡੇਰੇ ਦੇ ਕਿਹਾ ਜਾਂਦਾ ਕਿ ਉਹਨਾਂ ਦੀ ਸ਼ਮੂਲੀਅਤ ਸੀ। ਉਸ ਤੋਂ ਬਾਅਦ ਹੁਣ ਜਦੋਂ ਦੁਬਾਰਾ ਜਾਂਚ ਸ਼ੁਰੂ ਹੁੰਦੀ ਹੈ, ਤੇਜ਼ ਹੁੰਦੀ ਹੈ ਜਾਂਚ, 7 ਲੋਕਾਂ ਤੇ ਹੋਰ ਸਿੱਧੇ ਤੌਰ ਤੇ ਆਰੋਪ ਲੱਗਦੇ ਵੀ ਇਹ ਵੀ ਇਹਨਾਂ ਦੀ ਵੀ ਇਨਵੋਲਵਮੈਂਟ ਸੀ। 2 ਕਮਿਸ਼ਨ ਮਾਮਲੇ ਦੀ ਜਾਂਚ ਕਰਦੇ ਨੇ, ਕਈ ਲੋਕ ਤੁਹਾਡੇ ਜਿਹੜੇ ਜੇਲ੍ਹ ਦੇ ਅੰਦਰ ਜਾਂਦੇ ਨੇ, ਮਹਿੰਦਰਪਾਲ ਬਿੱਟੂ ਦੀ ਹੱਤਿਆ ਹੋ ਜਾਂਦੀ ਹੈ, ਤੇ ਇੰਨਾ ਕੁਝ ਜਦੋਂ ਨਿਕਲ ਕੇ ਸਾਹਮਣੇ ਆਉਂਦਾ ਤੇ ਕਿਤੇ ਨਾ ਕਿਤੇ ਤੇ ਤਾਲੁਕ ਸੀ ਨਾ। ਦੇਖੋ ਜਿਹੜੀ ਗੱਲ ਤੁਸੀਂ ਕਹੀ ਹੈ ਤੁਹਾਡੇ 20 ਲੋਕ ਹੈ, ਅਸੀਂ 20 ਤਾਂ ਬਾਅਦ ਦੀ ਗੱਲ ਹੈ, ਅਸੀਂ ਪਹਿਲੇ 2-3 ਦੀ ਗੱਲ ਕਰ ਰਹੇ ਹਾਂ। ਜਿੱਥੋਂ ਸ਼ੁਰੂ ਕਰਦੇ ਆ ਕਹਾਣੀ, ਮਹਿੰਦਰਪਾਲ ਬਿੱਟੂ ਤੋਂ ਕਹਾਣੀ ਸ਼ੁਰੂ ਕਰਦੇ ਆ, ਸੰਨੀ ਤੋਂ ਕਹਾਣੀ ਸ਼ੁਰੂ ਹੁੰਦੀ ਹੈ, ਸ਼ਕਤੀ ਤੋਂ ਕਹਾਣੀ ਸ਼ੁਰੂ ਹੁੰਦੀ ਹੈ। ਟੋਟਲ ਜੋ ਸਿਸਟਮ ਘੁੰਮ ਰਿਹਾ ਹੈ ਉਹ ਇਕਬਾਲੀਆ ਬਿਆਨ ਤੇ ਘੁੰਮ ਰਿਹਾ ਹੈ, ਜੋ ਜਾਂਚ ਉਹਨਾਂ ਦੇ ਇਕਬਾਲੀਆ ਬਿਆਨ ਲੈ ਕੇ ਉਹ CBI ਨੂੰ ਕੇਸ ਸੌਂਪ ਦਿੱਤਾ ਜਾਂਦਾ ਹੈ। ਉਹਦੇ ਤੇ ਜਾਂਚ ਹੁੰਦੀ ਹੈ, ਉਹ ਜਾਂਚ ਦੇ ਵਿੱਚ ਉਹ ਦੋਸ਼ੀ ਨਹੀਂ ਪਾਏ ਜਾਂਦੇ, ਉਹਦੇ 'ਚ ਉਹਨਾਂ ਨੂੰ ਕਲੀਨ ਚਿੱਟ ਮਿਲ ਜਾਂਦੀ ਹੈ। ਜਦੋਂ ਉਹਨਾਂ ਨੂੰ ਹੀ ਕਲੀਨ ਚਿੱਟ ਮਿਲ ਗਈ, ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਜੋ ਅਗਲੇ ਲੋਕ ਨੇ ਉਹ ਕਿਵੇਂ ਅਪਰਾਧੀ ਹੋ ਸਕਦੇ ਆ? ਠੀਕ ਹੈ, ਸਾਡੇ ਲੋਕਾਂ ਨੂੰ ਡੇਰੇ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ? ਕੀ ਰੀਜ਼ਨ ਕੀ ਹੈ ਇਸ ਦਾ? ਰੀਜ਼ਨ ਤਾਂ ਜੀ ਉਹ ਲੋਕ ਦੱਸ ਸਕਦੇ ਆ, ਸਾਨੂੰ ਤਾਂ ਪਤਾ ਨਹੀਂ। ਅਸੀਂ ਤਾਂ ਇਹ ਗੱਲ ਕਹਿਣ ਆਏ ਆ ਵੀ ਸਾਨੂੰ ਜਿਹੜਾ ਹੈਗਾ ਸਾਡੇ ਨਾਲ ਜ਼ਿਆਦਤੀ ਹੋ ਰਹੀ ਆ, ਉਹ ਗੱਲ ਅਸੀਂ ਰੱਖਣ ਦੀ ਕੋਸ਼ਿਸ਼। ਇਹ ਵੀ ਰੀਜ਼ਨ ਹੈ ਕਿ ਤੁਸੀਂ ਪੋਲੀਟੀਕਲ ਪਾਰਟੀਆਂ ਨੂੰ ਸਮਾਂ-ਸਮਾਂ ਤੇ ਸਪੋਰਟ ਕਰ ਰਹੇ ਹੋ? ਪੋਲੀਟੀਕਲ ਮੈਂ ਕੋਈ ਕਮੈਂਟ ਐਸਾ ਨਹੀਂ ਦੇਣਾ ਚਾਹੁੰਦਾ। ਵਾਰ-ਵਾਰ ਬਹੁਤ ਗੱਲਾਂ ਹੋ ਗਈਆਂ, ਵਾਰ-ਵਾਰ ਉਹੀ ਗੱਲ ਰਿਕੁਐਸਟ ਹੈ ਵੀ ਅਸੀਂ ਜੋ ਗੱਲ ਰੱਖਣ ਆਏ ਆ ਵੀ ਉਹ ਇਹੀ ਹੈ। ਇਹ ਨਹੀਂ ਪਤਾ ਹੁਣ ਕੌਣ ਲੋਕ ਨੇ, ਕਿਉਂ ਹੋ ਰਿਹਾ, ਕਿਵੇਂ ਹੋ ਰਿਹਾ, ਜੋ ਜ਼ਿਆਦਤੀ ਹੋ ਰਹੀ ਹੈ ਉਹ ਆਪ ਜੀਆਂ ਦੇ ਸਾਹਮਣੇ ਅਸੀਂ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਚਲੋ ਸਿੱਧੇ ਤੌਰ ਤੇ ਅਗਰ ਡੇਰੇ ਦੀ ਸਟੇਟ ਕਮੇਟੀ ਦੀ ਗੱਲ ਕਰੀਏ, ਜਾਂਚ ਤੇ ਸਵਾਲ ਚੁੱਕੇ ਨੇ, ਕਿਸ ਤਰ੍ਹਾਂ ਦੇ ਇਹਨਾਂ ਦੇ ਜਿਹੜੇ ਤੱਥ ਨੇ ਉਸ ਨੂੰ ਸਹੀ ਮੰਨਿਆ ਜਾਏ, ਕਿਉਂਕਿ ਲਗਾਤਾਰ 20 ਲੋਕ ਜਿਹੜੇ ਨੇ ਪਹਿਲਾਂ ਡੇਰੇ ਦੇ ਇਸ ਮਾਮਲੇ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਪਾਈ ਗਈ ਸੀ। 7 ਲੋਕ ਜਿਹੜੇ ਨੇ ਹੁਣ ਉਹ SIT ਜਾਂਚ ਦੇ ਦਾਇਰੇ ਦੇ ਵਿੱਚ ਆਏ ਨੇ। ਡੇਰਾ ਮੁਖੀ ਨੂੰ ਖੁਦ ਇਸ ਮਾਮਲੇ ਦੇ ਵਿੱਚ ਨਾਮਜ਼ਦ ਕੀਤਾ ਗਿਆ। ਵੇਖਣ ਵਾਲੀ ਗੱਲ ਰਹੇਗੀ ਕਿ ਜਦੋਂ ਇਸ ਮਾਮਲੇ ਦੇ ਵਿੱਚ ਅੱਗੇ ਕੋਰਟ ਦੇ ਵਿੱਚ ਵੀ ਸੁਣਵਾਈ ਹੁੰਦੀ ਹੈ ਜਾਂ SIT ਵੀ ਕਈ ਵੱਡੇ ਖੁਲਾਸੇ ਕਰਦੀ ਹੈ ਤਾਂ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ। ਕੈਮਰਾਮੈਨ ਦਵਿੰਦਰ ਸਿੰਘ ਦੇ ਨਾਲ ਵਿਨੀਤ ਕਪੂਰ, ANV ਨਿਊਜ਼ ਚੰਡੀਗੜ੍ਹ।